उत्पत्त अध्याय 36। एसाव अर्थात आदोम दी कुलपत्री ये है। एसाव कनानियां दी ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾ ਨੂੰ ਵਿਆਹ ਲਿਆਇਆ ਔਰ ਅਹਾਲੀਬਾਮਾ ਨੂੰ ਜਿਹੜੀ ਅਨਾ ਦੀ ਧੀ ਔਰ ਸਿਬੋਨ ਹਿਬੀ ਦੀ ਦੋਤੀ ਸੀ ਔਰ ਪਾਸਮਤ ਨੂੰ ਜਿਹੜੀ ਇਸਮਾਇਲ ਦੀ ਧੀ ਔਰ ਨਬਾਯੋਤ ਦੀ ਭੈਣ ਸੀ। ਤਾਂ ਆਦਾ ਨੇ ਏਸਾਉ ਲਈ ਅਲੀਫਾਜ਼ ਨੂੰ और पासमत ने रऊएल नु जनिया और अहालीबामा ने यऊस और यालाम और कोरानो जनिया। ये एसाव दे पुत्र सन जेड़े कनान देश विच जम्मे। तां एसाव ने अपनियां तीवियां अपने पुत्र ਧੀਆਂ और अपने घर ਦੇ ਸਾਰੇ ਪ੍ਰਾਣੀਆਂ ਨੂੰ ਆਪਣੇ ਸਾਰੇ ਵਗਾਂ ਸਾਰੇ ਡੰਗਰਾਂ और ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਿਆ ਗਿਆ ਕਿਉਂ ਜੋ ਉਹਨਾਂ ਦਾ ਮਾਲ ਧਨ ਇੰਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਪਰ ਉਹ ਧਰਤੀ ਜਿਸ ਵਿੱਚ ਉਹ ਮੁਸਾਫਰ ਸਨ ਉਹਨਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ ਉਹਨਾਂ ਨੂੰ ਨਹੀਂ ਸਾਂਭ ਸਕੀ। ਤਾਂ ਏਸਾਉ ਸੇਈਰ ਦੇ ਪਹਾੜ ਵਿੱਚ ਟਿਕ ਗਿਆ। ਇਹੋ ਹੀ ਆਦੋਮ ਹੈ। ਇਹ ਏਸਾਉ ਦੀ ਕੁਲਪਤਰੀ ਹੈ ਜਿਹੜਾ ਆਦੋਮੀਆਂ ਦਾ ਪਿਤਾ ਸੇਈਰ ਦੇ ਪਹਾੜ ਵਿੱਚ ਸੀ। ਸੋ ਏਸਾਉ ਦੇ ਪੁੱਤਰ ਦੇ ਨਾਮ ਇਹ ਸਨ। ਅਲੀਫਾਸ ਏਸਾਉ ਦੀ ਤੀਵੀਂ ਆਦਾ ਦਾ ਪੁੱਤਰ रऊएल एसाव दी तीवी पासमत दा पुत्र और अलीफास दे पुत्र तेमान ओमार सफो और गाथाम और कनज सन। तिमना एसाव दे पुत्र अलीफास दी सुरेत सी और उसने अलीफास ले अमलेक नु जनिया। ये एसाव दी तीवी आदा दे पुत्र सन। रऊएल दे पुत्र ये सन नहत और जरर और सम्मा और मिज्जा और ये एसाव दी तीवी पासमत दे पुत्र सन। अहालीबामा दे पुत्र ये सन जेड़ी एसाव दी तीवी और अना दी धी और सिबाउन दी दोती सी। ओने एसाव ले यऊस और यालाम और कोरा नु जनिया। ये एसाव दे पुत्रां विचों सरदार सन। एसाव दे पलोटे पुत्र अलीफाज दे पुत्र सरदार तेमान सरदार ओमर सरदार सफो सरदार कनज सरदार कोरा सरदार गाथाम सरदार अमलेक। ये सरदार अलीफाज तो आदोम दी धरती विच होए। ये आदा दे पुत्र सन। एसाव दे पुत्र रऊएल दे पुत्र ये सन सरदार नहत सरदार जरा सरदार सम्मा सरदार मिज्जा। ये सरदार रऊएल तो आदोम दी धरती विच होए और ये एसाव दी तीवी बासमत दे पुत्र सन। एसाव दी तीवी अहालीबामा दे पुत्र ये सन सरदार याऊस सरदार यालाम सरदार कोरा। ये सरदार एसाव दी तीवी और अनात दी धी अहालीबामा दे सन। ये एसाव अर्थात आदोम दे पुत्र सन ਅਤੇ ਇਹ ਉਹਨਾਂ ਦੇ ਸਰਦਾਰ ਸਨ। ਸੇਈਰ ਰੋਈ ਦੇ ਪੁੱਤਰ ਜਿਹੜੇ ਉਸ ਦੇਸ਼ ਵਿੱਚ ਵਸਦੇ ਸਨ ਸੋ ਇਹ ਸਨ ਲੋਟਾਨ और सोबाल और सिबियोन और अना और दिसोन और येसर और तिसान। ये होरियां दे सरदार सेईर दे पुत्र आदोम दी धरती विच सन। लोटान दे पुत्र होरी और हेमाम सन और तिमना लोटान दी भैन सी। ये सोबाल दे पुत्र सन अलवान और मानहत और येबाल सफोल और ओनाम। ये सिबियोन दे पुत्र सन अय्या और अना। ये वो अना है जिसनु अपने पिता सिबियोन दे कोते चार दियां उजाड़ विच गरम पानी दे सोते लब्बे सन। अना दे पुत्र ये सन दिशोन और अहालीबामा अना दी थी। ये दिशान दे पुत्र सन हमदान और असुबान और इतरान और करान। येसर दे पुत्र ये सन बिलहान और जावान और आकान। ये दिशान दे पुत्र सन उस और आरान।
ਇਹ ਹੋਰੀਆਂ ਦੇ ਸਰਦਾਰ ਸਨ, ਸਰਦਾਰ ਲੋਟਾਨ, ਸਰਦਾਰ ਸੋਬਾਲ, ਸਰਦਾਰ ਸਿਬਿਓਨ, ਸਰਦਾਰ ਅਨਾ, ਸਰਦਾਰ ਦਿਸ਼ੋਨ, ਸਰਦਾਰ ਯੇਸਰ, ਸਰਦਾਰ ਦਿਸਾਨ। ਇਹ ਹੋਰੀਆਂ ਦੇ ਸਰਦਾਰ ਉਹਨਾਂ ਦੀ ਸਰਦਾਰੀ ਦੇ ਅਨੁਸਾਰ ਸੇਈਰ ਦੇ ਦੇਸ਼ ਵਿੱਚ ਸਨ। ਇਹ ਰਾਜੇ ਹਨ ਜਿਹੜੇ ਆਦੋਮ ਵਿੱਚ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ। ਪੌਰ ਦਾ ਪੁੱਤਰ ਬਲਾ ਆਦੋਮ ਉੱਤੇ ਰਾਜ ਕਰਦਾ ਸੀ ਔਰ ਉਸਦੇ ਨਗਰ ਦਾ ਨਾਮ ਦਿਨਹਾਬਾ ਸੀ। ਬਲਾ ਮਰ ਗਿਆ ਔਰ ਜ਼ਰਾ ਦਾ ਪੁੱਤਰ ਯੋਬਾਬ ਬਸਰੇ ਦਾ ਉਸਦੇ ਤਾਂ ਰਾਜ ਕਰਨ ਲੱਗਾ। ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ਼ ਤੋਂ ਹੁਸਾਮ ਉਸਦੇ ਤਾਂ ਰਾਜ ਕਰਨ ਲੱਗਾ। ਹੁਸਾਮ ਮਰ ਗਿਆ ਤਾਂ ਉਸਦੇ ਤਾਂ ਬਦਦ ਦਾ ਪੁੱਤਰ ਹਦਦ, ਜਿਸਨੇ ਮੋਵਾਬ ਦੇ ਰੜ ਵਿੱਚ ਮਿਦਿਆਨੀਆਂ ਨੂੰ ਮਾਰਿਆ, ਰਾਜ ਕਰਨ ਲੱਗਾ ਔਰ ਉਸਦੇ ਨਗਰ ਦਾ ਨਾਮ ਅਵੀਤ ਸੀ। ਹਦਦ ਮਰ ਗਿਆ ਤਾਂ ਉਸਦੇ ਤਾਂ ਸਮਰੇਕਾ ਦਾ ਸਮਲਾ ਰਾਜ ਕਰਨ ਲੱਗਾ। ਸਮਲਾ ਮਰ ਗਿਆ ਤਾਂ ਉਸਦੇ ਥਾਂ ਸਾਉਲ ਰਾਜ ਕਰਨ ਲੱਗਾ, ਜਿਹੜਾ ਦਰਿਆ ਦੇ ਉੱਪਰ ਦੇ ਰਹਬੋਤ ਦਾ ਸੀ। ਸਾਉਲ ਮਰ ਗਿਆ ਔਰ ਉਸਦੇ ਥਾਂ ਅਖਬੋਰ ਦਾ ਪੁੱਤਰ ਬਾਲ ਹਨਾਨ ਰਾਜ ਕਰਨ ਲੱਗਾ। ਬਾਲ ਹਨਾਨ ਅਖਬੋਰ ਦਾ ਪੁੱਤਰ ਮਰ ਗਿਆ ਤਾਂ ਉਸਦੇ ਥਾਂ ਹਦਰ ਰਾਜ ਕਰਨ ਲੱਗਾ ਔਰ ਉਸਦੇ ਨਗਰ ਦਾ ਨਾਮ ਪਾਉ ਸੀ ਔਰ ਉਸਦੀ ਤੀਵੀ ਦਾ ਨਾਮ ਮਹਿਟ ਬੇਲ ਸੀ। ਮਟਰੇਦ ਦੀ ਧੀ ਔਰ ਮਜਾਹਾਬ ਦੀ ਦੋਤੀ ਸੀ। ਏਸਾਓ ਦੇ ਸਰਦਾਰਾਂ ਦੇ ਨਾਮ ਉਹਨਾਂ ਦੇ ਟੱਬਰਾਂ ਔਰ ਅਸਤਾਨਾ ਔਰ ਨਾਮਾ ਅਨੁਸਾਰ ਇਹ ਸਨ: ਸਰਦਾਰ ਤਿਮਨਾ, ਸਰਦਾਰ ਅਲਵਾ, ਸਰਦਾਰ ਯਥੇਤ, ਸਰਦਾਰ ਅਹਾਲੀਬਾਮਾ, ਸਰਦਾਰ ਯੇਲਾ, ਸਰਦਾਰ ਫਿਨੋਨ, ਸਰਦਾਰ ਕੰਸ, ਸਰਦਾਰ ਥੇਮਾਨ, ਸਰਦਾਰ ਮਿਬੁਸਾਰ, ਸਰਦਾਰ ਮਗਦੀਏਲ, ਸਰਦਾਰ ਈਰਾਮ। ਇਹ ਆਦੋਮ ਦੇ ਸਰਦਾਰ ਆਪਣੇ ਕਬਜ਼ੇ ਦੀ ਧਰਤੀ ਦੀਆਂ ਬਸਤੀਆਂ ਅਨੁਸਾਰ ਸਨ। ਇਹ ਏਸੋ ਆਦੋਮੀਆਂ ਦਾ ਪਿਤਾ ਹੈ। ਪਹਿਲਾ ਸਾਮੂਏਲ ਅਧਿਆਇ 23। ਤਦ ਉਹਨਾਂ ਨੇ ਦਾਊਦ ਨੂੰ ਖਬਰ ਦੇ ਕੇ ਆਖਿਆ, ਵੇਖ ਫਲਿਸਤੀ ਕੈਲਾ ਨਾਲ ਲੜਦੇ ਹਨ ਔਰ ਕਲਵਾੜੀਆਂ ਨੂੰ ਲੁੱਟਦੇ ਹਨ। ਤਦ ਦਾਊਦ ਨੇ ਯਹੋਵਾ ਕੋਲੋਂ ਪੁੱਛਿਆ, ਮੈਂ ਜਾਵਾਂ ਅਤੇ ਉਹਨਾਂ ਫਲਿਸਤੀਆਂ ਨੂੰ ਮਾਰਾਂ? ਯਹੋਵਾ ਨੇ ਦਾਊਦ ਨੂੰ ਆਖਿਆ, ਜਾ ਫਲਿਸਤੀਆਂ ਨੂੰ ਮਾਰ ਅਤੇ ਕੈਲਾ ਨੂੰ ਬਚਾ। ਪਰ ਦਾਊਦ ਦੇ ਲੋਕਾਂ ਨੇ ਉਹਨੂੰ ਆਖਿਆ, ਵੇਖੋ ਅਸੀਂ ਤਾਂ ਇੱਥੇ ਯਹੂਦਾ ਵਿੱਚ ਪਏ ਡਰਦੇ ਹਾਂ। ਫਿਰ ਜੇ ਅਸੀਂ ਕੈਲਾ ਵਿੱਚ ਜਾ ਕੇ ਫਲਿਸਤੀਆਂ ਦੇ ਦਲ ਦਾ ਸਾਹਮਣਾ ਕਰੀਏ ਤਾਂ ਕਿੰਨਾ ਵਧਿਕ ਨਾ ਡਰਾਂਗੇ। ਤਾਂ ਦਾਊਦ ਨੇ ਯਹੋਵਾ ਕੋਲੋਂ ਫਿਰ ਪੁੱਛਿਆ। ਸੋ ਯਹੋਵਾ ਨੇ ਉੱਤਰ ਦਿੱਤਾ, ਭਾਈ ਉੱਠ ਕੈਲਾ ਵੱਲ ਲਹਿ ਜਾ, ਕਿਉਂਜੋ ਮੈਂ ਫਲਿਸਤੀਆਂ ਨੂੰ ਤੇਰੇ ਹੱਥ ਵਿੱਚ ਕਰ ਦਿਆਂਗਾ। ਸੋ ਦਾਊਦ ਅਤੇ ਉਹਦੇ ਮਨੁੱਖ ਕੈਲਾ ਗਏ ਅਤੇ ਫਲਿਸਤੀਆਂ ਨਾਲ ਲੜੇ ਅਤੇ ਉਹਨਾਂ ਦੇ ਡੰਗਰ ਲੈ ਆਏ ਅਤੇ ਉਹਨਾਂ ਵਿੱਚ ਕਈਆਂ ਨੂੰ ਵੱਢ ਸੁੱਟਿਆ। ਸੋ ਦਾਊਦ ਨੇ ਕੈਲੀਆਂ ਨੂੰ ਬਚਾਇਆ। ਅਤੇ ਅਜਿਹਾ ਹੋਇਆ ਭਈ ਜਿਸ ਵੇਲੇ ਅਹੀਮਲਕ ਦਾ ਪੁੱਤਰ ਅਬਿਆਤਾਰ ਭੱਜ ਕੇ ਕੈਲਾ ਵਿੱਚ ਦਾਊਦ ਕੋਲ ਗਿਆ ਤਾਂ ਉਹਦੇ ਹੱਥ ਵਿੱਚ ਇੱਕ ਏਫੋਦ ਸੀ। ਸੋ ਸਾਉਲ ਨੂੰ ਖਬਰ ਹੋਈ ਭਈ ਦਾਊਦ ਕੈਲਾ ਵਿੱਚ ਅਪੜ ਪਿਆ ਹੈ। ਤੇ ਸਾਉਲ ਬੋਲਿਆ, ਪਰਮੇਸ਼ਰ ਨੇ ਉਹਨੂੰ ਮੇਰੇ ਹੱਥ ਵਿੱਚ ਕਰ ਦਿੱਤਾ, ਕਿਉਂਜੋ ਉਹ ਅਜਿਹੇ ਸ਼ਹਿਰ ਵਿੱਚ ਜਿਸ ਦੇ ਬੂਹੇ ਅਤੇ ਹੋੜੇ ਹਨ ਵੜ ਕੇ ਫਸ ਗਿਆ ਹੈ। ਸਾਉਲ ਨੇ ਆਪਣੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਭਈ ਉਹ ਯੁੱਧ ਕਰਕੇ ਅਤੇ ਕੈਲਾ ਵਿੱਚ ਜਾ ਕੇ ਦਾਊਦ ਨੂੰ ਅਤੇ ਉਹਦੇ ਖਟਕ ਨੂੰ ਘੇਰਨ। ਦਾਊਦ ਨੂੰ ਖਬਰ ਹੋਈ ਜੋ ਸਾਉਲ ਮੇਰੇ ਨਾਲ ਅੰਦਰੋਂ ਅੰਦਰ ਕੋਟੀ ਨੀਤ ਬਣਦਾ ਹੈ, ਤਾਂ ਉਸ ਨੇ ਅਬਿਆਤਾਰ ਜਾਜਕ ਨੂੰ ਆਖਿਆ, ਏਫੋਦ ਇੱਥੇ ਲਿਆ। ਤਾਂ ਦਾਊਦ ਨੇ ਆਖਿਆ, ਹੇ ਯਹੋਵਾ ਇਸਰਾਏਲ ਦੇ ਪਰਮੇਸ਼ਰ, ਮੇਰੇ
दास ने जरूर सुनिया है भई साउल दा ये मता है जो कलीला विच आके मेरे कारण शहर दा ही नाश कर देवे। भला कलीला दे लोग मैनू ਉਹਦੇ ਹੱਥ ਦੇ ਦੇਣਗੇ। ਅਤੇ ਜਿਵੇਂ ਤੇਰੇ ਦਾਸ ਨੇ ਸੁਣਿਆ ਹੈ ਸਾਉਲ ਲਹਿਰ ਆਵੇਗਾ। ਹੈ ਯਹੋਵਾ ਇਸਰਾਏਲ ਦੇ ਪਰਮੇਸ਼ਰ, ਮੈਂ ਤੇਰੇ ਤਰਲੇ ਕਰਨਾ ਹਾਂ, ਤੂੰ ਆਪਣੇ ਦਾਸ ਨੂੰ ਦੱਸ। ਯਹੋਵਾ ਨੇ ਆਖਿਆ ਉਹ ਲਹਿ ਆਵੇਗਾ। ਤਦ ਦਾਊਦ ਨੇ ਆਖਿਆ ਭਲਾ ਕੇਲਾ ਦੇ ਲੋਕ ਮੈਨੂੰ ਅਤੇ ਮੇਰੇ ਲੋਕਾਂ ਨੂੰ ਸਾਉਲ ਦੇ ਹੱਥ ਦੇ ਦੇਣਗੇ ਜਾਂ ਨਹੀਂ? ਯਹੋਵਾ ਨੇ ਆਖਿਆ ਉਹ ਦੇ ਦੇਣਗੇ। ਤਦ ਦਾਊਦ ਆਪਣੀਆਂ ਮਨੁੱਖਾਂ ਸਣੇ ਜੋ 600 ਮਨੁੱਖ ਸਨ ਉੱਠਿਆ ਅਤੇ ਕੇਲਾ ਵਿੱਚ ਨਿਕਲ ਕੇ ਅਤੇ ਜਿੱਥੇ ਕਿਤੇ ਉਹਨਾਂ ਨੂੰ ਰਾਹ ਲੱਭਾ ਉਧਰ ਹੀ ਤੁਰ ਗਏ। ਅਤੇ ਸਾਉਲ ਨੂੰ ਖਬਰ ਹੋਈ ਜੋ ਦਾਊਦ ਕੇਲਾ ਵਿੱਚੋਂ ਨਿਕਲ ਗਿਆ ਹੈ ਤਾਂ ਉਹ ਜਾਨੋਂ ਹਟ ਗਿਆ। ਦਾਊਦ ਉਜਾੜ ਦੇ ਵਿੱਚ ਪੱਕੀਆਂ ਥਾਵਾਂ ਦੇ ਵਿੱਚ ਜਾ ਰਿਹਾ ਅਤੇ ਪਹਾੜੀ ਦੇਸ਼ ਦੇ ਜੀਫ ਦੀ ਉਜਾੜ ਵਿੱਚ ਜਾ ਟਿਕਿਆ ਅਤੇ ਸਾਉਲ ਦਿਨੋਂ ਦਿਨ ਉਹਦੀ ਭਾਲ ਕਰਦਾ ਸੀ, ਪਰ ਪਰਮੇਸ਼ਰ ਨੇ ਉਹਨੂੰ ਉਸ ਦੇ ਹੱਥ ਵਿੱਚ ਨਾ ਦਿੱਤਾ। ਜਾਂ ਦਾਊਦ ਜਾਣ ਗਿਆ ਜੋ ਸਾਉਲ ਮੇਰੀ ਜਿੰਦ ਲੈਣ ਲਈ ਨਿਕਲਿਆ ਹੈ। ਉਸ ਵੇਲੇ ਦਾਊਦ ਜੀਫ ਦੀ ਉਜਾੜ ਦੇ ਇੱਕ ਬਨ ਵਿੱਚ ਸੀ। ਸਾਉਲ ਦਾ ਪੁੱਤਰ ਯੋਨਾਤਾਨ ਉੱਠਿਆ ਅਤੇ ਦਾਊਦ ਦੇ ਕੋਲ ਬਨ ਵਿੱਚ ਜਾ ਕੇ ਉਹਦਾ ਹੱਥ ਪਰਮੇਸ਼ਰ ਵਿੱਚ ਤਕੜਾ ਕੀਤਾ ਅਤੇ ਉਹਨੂੰ ਆਖਿਆ ਤੂੰ ਡਰ ਨਹੀਂ, ਕਿਉਂਜੋ ਮੇਰੇ ਪਿਓ ਸਾਉਲ ਦਾ ਹੱਥ ਤੇਰੇ ਕੋਲ ਨਾ ਪੜੇਗਾ ਅਤੇ ਤੂੰ ਇਸਰਾਏਲ ਦਾ ਬਾਦਸ਼ਾਹ ਹੋਵੇਗਾ ਅਤੇ ਮੈਂ ਤੇਤੋਂ ਦੂਜੇ ਦਰਜੇ ਤੇ ਹੋਵਾਂਗਾ। ਅਤੇ ਇਹ ਗੱਲ ਮੇਰਾ ਪਿਓ ਸਾਉਲ ਵੀ ਜਾਣਦਾ ਹੈ। ਸੋ ਉਹਨਾਂ ਦੋਹਾਂ ਨੇ ਯਹੋਵਾ ਦੇ ਅੱਗੇ ਨੇਮ ਕੀਤਾ ਅਤੇ ਦਾਊਦ ਬਨ ਵਿੱਚ ਠਹਿਰਿਆ ਰਿਹਾ ਅਤੇ ਯੋਨਾਤਾਨ ਆਪਣੇ ਘਰ ਗਿਆ। ਤਦ ਜੀਫੀ ਸਾਉਲ ਕੋਲ ਗਿਬਿਆ ਵਿੱਚ ਚੜ ਆਏ ਅਤੇ ਬੋਲੇ ਭਲਾ ਦਾਊਦ ਸਾਡੇ ਵਿਚਕਾਰ ਬਨ ਦੀਆਂ ਪੱਕੀਆਂ ਥਾਵਾਂ ਵਿੱਚ ਹਕੀਲਾ ਦੇ ਪਹਾੜ ਉੱਤੇ ਜੋ ਯਸੀਮੋਨ ਦੇ ਦੱਖਣ ਵੱਲ ਹੈ ਲੁਕਿਆ ਹੋਇਆ ਨਹੀਂ ਰਹਿੰਦਾ। ਸੋ ਹੈ ਬਾਦਸ਼ਾਹ, ਹੁਣ ਜੇਕਰ ਤੁਹਾਡਾ ਜੀ ਲੈ ਆਉ ਨੂੰ ਚਾਹੁੰਦਾ ਹੈ ਸੋ ਲੈ ਆਓ ਅਤੇ ਇਹ ਸਾਡਾ ਜੁਮਾ ਰਿਹਾ ਜੋ ਅਸੀਂ ਉਹਨੂੰ ਬਾਦਸ਼ਾਹ ਦੇ ਹੱਥ ਦੇ ਦਿਆਂਗੇ। ਤਦ ਸਾਉਲ ਬੋਲਿਆ ਯਹੋਵਾ ਵੱਲੋਂ ਤੁਸੀਂ ਧੰਨ ਹੋਵੋ, ਕਿਉਂਜੋ ਤੁਸਾਂ ਮੇਰੇ ਉੱਤੇ ਦਇਆ ਕੀਤੀ ਹੈ। ਹੁਣ ਤੁਰੋ ਅਤੇ ਹੋਰ ਤਿਆਰੀ ਕਰੋ ਅਤੇ ਲੱਭੋ ਅਤੇ ਵੇਖੋ ਜੋ ਉਹਦਾ ਟਿਕਾਣਾ ਕਿੱਥੇ ਹੈ ਅਤੇ ਉੱਤੇ ਉਹਨੂੰ ਕਿਸਨੇ ਡਿੱਠਾ ਹੈ, ਕਿਉਂਜੋ ਮੈਨੂੰ ਖਬਰ ਹੈ ਭਈ ਉਹ ਵੱਡੀ ਚਤਰਾਈ ਨਾਲ ਚੱਲਦਾ ਹੈ। ਸੋ ਤੁਸੀਂ ਵੇਖੋ ਅਤੇ ਉਹਨਾਂ ਟਿਕਾਣਿਆਂ ਨੂੰ ਪਾਲੋ ਜਿੱਥੇ ਉਹ ਲੁਕਿਆ ਰਹਿੰਦਾ ਹੈ ਅਤੇ ਚੰਗੀ ਤਰ੍ਹਾਂ ਖਬਰ ਲੈ ਕੇ ਮੇਰੇ ਕੋਲ ਮੁੜ ਆਵੋ, ਫਿਰ ਮੈਂ ਤੁਹਾਡੇ ਨਾਲ ਜਾਵਾਂਗਾ। ਅਤੇ ਅਜਿਹਾ ਹੋਵੇਗਾ ਭਈ ਜੇ ਉਹ ਇਸ ਦੇਸ਼ ਵਿੱਚ ਕਿਤੇ ਹੋਵੇ ਤਾਂ ਮੈਂ ਉਹਨੂੰ ਯਹੂਦਾ ਦੇ ਹਜ਼ਾਰਾਂ ਵਿੱਚੋਂ ਲੱਭ ਲਵਾਂਗਾ। ਸੋ ਉਹ ਉੱਠੇ ਅਤੇ ਸਾਉਲ ਦੇ ਅੱਗੇ ਜੀਫ ਨੂੰ ਗਏ। ਉਸ ਵੇਲੇ ਦਾਊਦ ਆਪਣੀਆਂ ਲੋਕਾਂ ਸਣੇ ਮਾਉਨ ਦੀ ਉਜਾੜ ਵਿੱਚ ਯਸੀਮੋਨ ਦੇ ਦੱਖਣ ਵੱਲ ਇੱਕ ਮੈਦਾਨ ਵਿੱਚ ਸੀ। ਸਾਉਲ ਅਤੇ ਉਹਦੇ ਲੋਕ ਵੀ ਉਸ ਨੂੰ ਲੱਭਣ ਤੁਰੇ ਅਤੇ ਦਾਊਦ ਨੂੰ ਵੀ ਖਬਰ ਹੋ ਗਈ। ਸੋ ਉਹ ਉਸ ਪੱਥਰ ਕੋਲ ਲਹਿ ਗਿਆ ਅਤੇ ਮਾਉਨ ਦੀ ਉਜਾੜ ਵਿੱਚ ਠਹਿਰਿਆ ਰਿਹਾ ਅਤੇ ਇਹ ਸੁਣ ਕੇ ਸਾਉਲ ਵੀ ਮਾਉਨ ਦੀ ਉਜਾੜ ਵਿੱਚ ਦਾਊਦ ਦੇ ਮਗਰ ਲੱਗਾ। ਸੋ ਸਾਉਲ ਪਹਾੜ ਦੇ ਇਸ ਪਾਸੇ ਵੱਲ ਜਾਂਦਾ ਸੀ ਅਤੇ ਦਾਊਦ ਆਪਣੇ ਲੋਕਾਂ ਸਣੇ ਪਹਾੜ ਦੇ ਉਸ ਪਾਸੇ ਵੱਲ। ਅਤੇ ਦਾਊਦ ਨੇ ਸਾਉਲ ਦੇ ਡਰ ਨਾਲ ਨਿਕਲਣ ਵਿੱਚ ਵੱਡੀ ਚੇਤੀ ਕੀਤੀ, ਕਿਉਂਜੋ ਸਾਉਲ ਅਤੇ ਉਹਦੇ ਲੋਕਾਂ ਨੇ ਦਾਊਦ ਅਤੇ ਉਸ ਦੀਆਂ ਲੋਕਾਂ ਨੂੰ ਫੜਨ ਦੇ ਲਈ ਚੁਫੇਰਿਓਂ ਘੇਰ ਲਿਆ ਸੀ। ਉਸ ਵੇਲੇ ਇੱਕ ਹਲਕਾਰਾ ਸਾਉਲ ਕੋਲ ਆ ਕੇ ਬੋਲਿਆ ਸਤਾਬੀ ਤੁਰੇ ਆਓ, ਕਿਉਂਜੋ ਫਲਿਸਤੀਆਂ ਨੇ ਦੇਸ਼ ਉੱਤੇ ਹੱਲਾ ਕੀਤਾ ਹੈ। ਸੋ ਸਾਉਲ ਦਾਊਦ ਦੇ ਮਗਰ ਲੱਗਣੋਂ ਹਟਿਆ ਅਤੇ ਫਲਿਸਤੀਆਂ ਦੇ ਵਿਰੋਧ ਹੋਇਆ। ਇਸ ਲਈ ਉਹਨਾਂ ਨੇ ਉਸ ਥਾਂ ਦਾ ਨਾਮ ਰਿਹਾਈ ਦੀ ਚਟਾਨ ਰੱਖਿਆ। ਦਾਊਦ ਉੱਤੇ ਨਿਕਲ ਕੇ ਏਨ ਗਦੀ ਦੇ ਵਿੱਚ ਪੱਕੀਆਂ ਥਾਵਾਂ ਦੇ ਵਿਚਕਾਰ ਆ ਰਿਹਾ।
ਪਹਿਲਾ ਸਾਮੂਏਲ ਦੀ ਪੋਥੀ ਅਧਿਆਇ 24। ਅਜਿਹਾ ਹੋਇਆ ਜਾਂ ਸਾਊਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹਨੂੰ ਖਬਰ ਦਿੱਤੀ ਕਿ ਵੇਖੋ ਦਾਊਦ ਐਨ-ਗਦੀ ਦੀ ਉਜਾੜ ਵਿੱਚ ਹੈ। ਤਦ ਸਾਊਲ ਸਾਰੇ ਇਸਰਾਏਲ ਵਿੱਚੋਂ 3000 ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹਦੇ ਮਨੁੱਖਾਂ ਨੂੰ ਪਾਲਣ ਤੁਰਿਆ। ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ। ਉੱਤੇ ਇੱਕ ਕੁੰਦਰ ਸੀ, ਸੋ ਸਾਊਲ ਸੁਚੇਤੇ ਫਿਰਨ ਲਈ ਉਸ ਕੁੰਦਰ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣੀਆਂ ਮਨੁੱਖਾਂ ਸਣੇ ਉਸੇ ਕੁੰਦਰ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ। ਦਾਊਦ ਦੇ ਮਨੁੱਖਾਂ ਨੇ ਉਹਨੂੰ ਆਖਿਆ, ਵੇਖੋ ਉਹ ਦਿਨ ਆਇਆ ਹੈ ਜੋ ਯਹੋਵਾ ਨੇ ਤੁਹਾਨੂੰ ਆਖਿਆ ਸੀ ਕਿ ਵੇਖ ਮੈਂ ਤੇਰੇ ਵੇਰੀਆਂ ਨੂੰ ਭਈ ਜੋ ਤੈਨੂੰ ਪਾਵੇ ਸੋ ਉਹਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਤਦ ਦਾਊਦ ਨੇ ਮਲਕੜੇ ਉੱਠ ਕੇ ਸਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ। ਇਹਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਵਿਆਕਲ ਹੋ ਗਿਆ। ਉਸਨੇ ਉਹਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ ਅਤੇ ਉਸਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾ ਵੱਲੋਂ ਮਸਾ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣੇ ਹੱਥ ਉਹਦੇ ਵਿਰੋਧ ਚਲਾਵਾਂ, ਕਿਉਂ ਜੋ ਉਹ ਯਹੋਵਾ ਦਾ ਮਸਾ ਕੀਤਾ ਹੋਇਆ ਹੈ। ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਇਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਹਨਾਂ ਨੂੰ ਸਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸਾਊਲ ਕੁੰਦਰ ਵਿੱਚੋਂ ਉੱਠ ਨਿਕਲ ਕੇ ਆਪਣੇ ਰਾਹ ਤੁਰਿਆ। ਇਹਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਕੁੰਦਰ ਵਿੱਚੋਂ ਨਿਕਲਿਆ ਅਤੇ ਸਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਬਾਦਸ਼ਾਹ। ਅਤੇ ਸਾਊਲ ਨੇ ਪਿੱਛਾਹਾਂ ਪਾਉ ਕੇ ਜਾਂ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ ਅਤੇ ਦਾਊਦ ਨੇ ਸਾਊਲ ਨੂੰ ਆਖਿਆ, ਤੂੰ ਉਹਨਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਾਹਨੂੰ ਕੰਨ ਲਾਉਂਦਾ ਹੈ ਜਿਹੜੇ ਆਖਦੇ ਹਨ ਭਈ ਵੇਖੋ ਦਾਊਦ ਤੁਹਾਡੀ ਬੁਰੀਆਈ ਚਾਹੁੰਦਾ ਹੈ। ਵੇਖ ਅੱਜ ਤੂੰ ਆਪਣੀਆਂ ਅੱਖੀਆਂ ਨਾਲ ਡਿੱਠਾ ਜੋ ਯਹੋਵਾ ਨੇ ਅੱਜ ਹੀ ਕਿੱਕਰ ਤੈਨੂੰ ਕੁੰਦਰੇ ਦੇ ਅੰਦਰ ਮੇਰੇ ਵਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ ਉਹਨੂੰ ਮਾਰ ਲੈ, ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ, ਕਿਉਂ ਜੋ ਉਹ ਯਹੋਵਾ ਦਾ ਮਸਾ ਕੀਤਾ ਹੋਇਆ ਹੈ। ਹੇ ਮੇਰੇ ਪਿਤਾ ਵੇਖ, ਹਾਂ ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ। ਮੈਂ ਜੋ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ। ਸੋ ਹੁਣ ਤੂੰ ਇੱਥੋਂ ਹੀ ਲੱਭ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਕੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰੇ ਕੋਈ ਪਾਪ ਨਹੀਂ ਕੀਤਾ, ਤਾਂ ਵੀ ਤੂੰ ਮੇਰੀ ਜਿੰਦ ਦੇ ਲੈਣ ਨੂੰ ਚਾਹ ਵਿੱਚ ਲੱਗਾ ਰਹਿੰਦਾ ਹੈ। ਮੇਰਾ ਤੇਰਾ ਨਿਆਂ ਯਹੋਵਾ ਕਰੇ ਅਤੇ ਯਹੋਵਾ ਤੇਤੋਂ ਬਦਲਾ ਲਵੇ, ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ। ਜਿਵੇਂ ਪੁਰਾਣਿਆਂ ਦੀ ਅਖਾਉਤ ਵਿੱਚ ਕਿਹਾ ਹੈ, ਭਈ ਬੁਰੀਆਂ ਤੋਂ ਬੁਰੀਆਈ ਹੀ ਹੁੰਦੀ ਹੈ, ਪਰ ਮੇਰਾ ਹੱਥ ਮੇਰੇ ਉੱਤੇ ਨਾ ਚੱਲੇਗਾ। ਇਸਰਾਏਲ ਦਾ ਬਾਦਸ਼ਾਹ ਕਿਹਦੇ ਮਗਰ ਨਿਕਲਿਆ ਹੈ ਅਤੇ ਤੂੰ ਕਿਹਦਾ ਪਿੱਛਾ ਕਰਨ ਲਈ ਆਇਆ ਹੈ? ਭਲਾ ਮੋਏ ਹੋਏ ਕੁੱਤੇ ਦਾ ਜਾਂ ਇੱਕ ਪਿਸ਼ੂ ਦਾ? ਫਿਰ ਯਹੋਵਾ ਹੀ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ। ਅਜਿਹਾ ਹੋਇਆ ਜਾਂ ਦਾਊਦ ਨੇ ਇਹ ਗੱਲਾਂ ਸਾਊਲ ਨੂੰ ਆਖ ਦਿੱਤੀਆਂ ਤਾਂ ਸਾਊਲ ਬੋਲਿਆ, ਹੈ ਮੇਰੇ ਪੁੱਤਰ ਦਾਊਦ, ਇਹ ਤੇਰੀ ਆਵਾਜ਼ ਹੈ। ਅਤੇ ਸਾਊਲ ਉੱਚੀ ਆਵਾਜ਼ ਕੱਢ ਕੇ ਰੋਇਆ ਅਤੇ ਉਸਨੇ ਦਾਊਦ ਨੂੰ ਆਖਿਆ, ਤੂੰ ਮੈਥੋਂ ਵਧਿਕ ਧਰਮੀ ਹੈ, ਕਿਉਂ ਜੋ ਮੈਂ ਤੇਰੇ ਨਾਲ ਬੁਰੀਆਈ ਕੀਤੀ, ਪਰ ਤੂੰ ਉਹਦੇ ਵੱਟੇ ਮੇਰੇ ਨਾਲ ਭਲਾਈ ਕੀਤੀ ਹੈ ਅਤੇ ਅੱਜ ਤੂੰ ਜਨਾਈਆ ਜੋ ਤੂੰ ਮੇਰੇ ਨਾਲ ਭਲਾਈ ਕੀਤੀ, ਕਿਉਂ ਜੋ ਯਹੋਵਾ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ, ਪਰ ਤੂੰ ਮੈਨੂੰ ਨਾ ਮਾਰਿਆ। ਜੇ ਕਦੀ ਕੋਈ ਮਨੁੱਖ ਤਾਂ
ਆਪਣੀ ਵੇਰੀ ਨੂੰ ਟੱਕਰ ਜਾਵੇ ਤਾਂ ਭਲਾ ਉਹਨੂੰ ਸੁੱਖ ਸੰਤ ਨਾਲ ਛੱਡ ਦਿੰਦਾ ਹੈ। ਸੋ ਯਹੋਵਾ ਉਸ ਭਲਾਈ ਦੇ ਤਾਂ ਜੋ ਤੈਂ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਾਈ ਕਰੇ। ਵੇਖ ਹੁਣ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਜੋ ਸੱਚਮੁੱਚ ਤੂੰ ਪਾਤਸ਼ਾਹ ਬਣੇਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਟਿਕ ਜਾਵੇਗਾ। ਸੋ ਤੂੰ ਮੇਰੇ ਨਾਲ ਯਹੋਵਾ ਦੀ ਸਹੁੰ ਖਾ ਕੇ ਯੋਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿੱਚੋਂ ਤੇਰੇ ਨਾਂ ਨੂੰ ਨਾ ਮਿਟਾਵਾਂਗਾ। ਸੋ ਦਾਊਦ ਨੇ ਸਾਊਲ ਨਾਲ ਸਹੁੰ ਖਾਧੀ ਅਤੇ ਸਾਊਲ ਘਰ ਨੂੰ ਚੱਲਿਆ ਗਿਆ, ਪਰ ਦਾਊਦ ਅਤੇ ਉਹਦੇ ਲੋਕ ਕੋਟ ਵਿੱਚ ਜਾ ਬੈਠੇ। ਜਬਰਾਂ ਦੀ ਪੋਥੀ ਅਧਿਆਇ 7। हे ਯਹੋਵਾ ਮੇਰੇ ਪਰਮੇਸ਼ਰ, ਮੈਂ ਤੇਰੀ ਪਨਾਹ ਲੈਂਦਾ ਹਾਂ। ਤੂੰ ਮੈਨੂੰ ਮੇਰੇ ਸਭ ਪਿੱਛਾ ਕਰਨ ਵਾਲਿਆਂ ਤੋਂ ਬਚਾ ਕੇ ਛੁਡਾ ਲੈ। ਮਤੇ ਕੋਈ ਬੱਬਰ ਸ਼ੇਰ ਵਾਂਗੂ ਮੇਰੀ ਜਿੰਦ ਨੂੰ ਪਾੜ ਖਾਵੇ ਅਤੇ ਕੋਈ ਛੁਡਾਉਣ ਵਾਲਾ ਨਾ ਹੋਣ ਕਰਕੇ ਉਹ ਮੇਰੇ ਟੋਟੇ ਟੋਟੇ ਕਰ ਛੱਡੇ। हे ਯਹੋਵਾ ਮੇਰੇ ਪਰਮੇਸ਼ਰ, ਜੇ ਮੈਥੋਂ ਇਹ ਹੋਇਆ ਹੋਵੇ, ਜੇ ਮੇਰੀ ਹੱਥੀਂ ਬਦੀ ਹੋਈ ਹੋਵੇ, ਜੇ ਮੈਂ ਆਪਣੇ ਮੇਲੀ ਨਾਲ ਬੁਰਾਈ ਕੀਤੀ ਹੋਵੇ, ਸਗੋਂ ਮੈਂ ਤਾਂ ਆਪਣੇ ਬੈ ਸਭੋਂ ਵਿਰੋਧੀ ਨੂੰ ਛੁਡਾਇਆ ਹੈ, ਤਾਂ ਵੇਰੀ ਮੇਰੀ ਜਾਨ ਦਾ ਪਿੱਛਾ ਕਰਕੇ ਉਹਨੂੰ ਫੜ ਲਵੇ ਅਤੇ ਮੇਰੀ ਹਯਾਤੀ ਨੂੰ ਧਰਤੀ ਉੱਤੇ ਮਿਧ ਦੇਵੇ ਔਰ ਮੇਰੀ ਮਹਿਮਾ ਕਾਕ ਵਿੱਚ ਮਿਲਾਵੇ। हे ਯਹੋਵਾ ਆਪਣੇ ਕ੍ਰੋਧ ਨਾਲ ਉਲਟ ਮੇਰੇ ਵਿਰੋਧੀਆਂ ਦੇ ਗਜ਼ਾਬ ਦੇ ਵਿਰੁੱਧ ਉੱਠ ਖੜੋ ਅਤੇ ਮੇਰੇ ਲਈ ਜਾਗ। ਤੈਂ ਨਿਆਂ ਦਾ ਹੁਕਮ ਕੀਤਾ ਹੈ, ਉਮਤਾਂ ਦੀ ਮੰਡਲੀ ਤੇਰੇ ਦੁਆਲੇ ਆਵੇ ਅਤੇ ਉਹਨਾਂ ਦੇ ਕਾਰਨ ਤੂੰ ਤਾਹਾਂ ਮੁੜ ਜਾ। ਯਹੋਵਾ ਕੌਮਾਂ ਦਾ ਨਿਆਂ ਕਰੇਗਾ। हे ਯਹੋਵਾ ਮੇਰੇ ਧਰਮ ਔਰ ਮੇਰੀ ਸਿੱਧਿਆਈ ਦੇ ਅਨੁਸਾਰ ਮੇਰਾ ਨਿਆਂ ਕਰ। ਦੁਸ਼ਟਾਂ ਦੀ ਬਦੀ ਮੁੱਕ ਜਾਵੇ, ਪਰ ਤੂੰ ਧਰਮੀ ਨੂੰ ਦ੍ਰਿੜ ਕਰ। हे ਧਰਮੀ ਪਰਮੇਸ਼ਰ, ਜੋ ਦਿਲਾਂ ਔਰ ਗੁਰਦਿਆਂ ਨੂੰ ਜਾਂਚਦਾ ਹੈ, ਮੇਰੀ ਢਾਲ ਪਰਮੇਸ਼ਰ ਦੇ ਕੋਲ ਹੈ, ਜਿਹੜਾ ਸਿੱਧ ਮਨਾਂ ਦਾ ਬਚਾਉਣ ਵਾਲਾ ਹੈ। ਪਰਮੇਸ਼ਰ ਸੱਚਾ ਨਿਆਂਕਾਰ ਹੈ। ਹਾਂ, ਇੱਕ ਪਰਮੇਸ਼ਰ ਜਿਹੜਾ ਰੋਜ਼ ਕਿਚਿਆ ਰਹਿੰਦਾ ਹੈ। ਜੇ ਮਨੁੱਖ ਨਾ ਮੁੜੇ ਤਾਂ ਉਹ ਆਪਣੀ ਤਲਵਾਰ ਤਿੱਖੀ ਕਰੇਗਾ। ਉਹਨੇ ਆਪਣਾ ਧਨੁਕ ਝੁਕਾ ਕੇ ਤਿਆਰ ਛੱਡਿਆ ਹੈ। ਉਹਨੇ ਉਸ ਦੇ ਲਈ ਮੌਤ ਦਾ ਸ਼ਸਤਰ ਵੀ ਤਿਆਰ ਕੀਤਾ ਹੈ। ਉਹ ਆਪਣੇ ਤੀਰਾਂ ਨੂੰ ਅਗਨ ਬਾਣ ਬਣਾਉਂਦਾ ਹੈ। ਵੇਖੋ, ਉਸ ਨੂੰ ਬਦੀ ਦੀ ਪੀੜ ਲੱਗੀ ਹੋਈ ਹੈ ਅਤੇ ਸ਼ਰਾਰਤ ਉਸ ਦੇ ਖਰਬ ਵਿੱਚ ਪਈ ਹੈ। ਝੂਠ ਉਸ ਤੋਂ ਜੰਮਿਆ ਹੈ। ਉਸਨੇ ਟੋਇਆ ਕੱਢਿਆ ਅਤੇ ਡੂੰਘਾ ਪੁੱਟਿਆ ਹੈ ਅਤੇ ਜਿਹੜੀ ਖਾਈ ਉਸਨੇ ਪੁੱਟੀ ਸੀ ਉਸੇ ਵਿੱਚ ਉਹ ਆਪ ਡਿੱਗ ਪਿਆ। ਉਸ ਦੀ ਸ਼ਰਾਰਤ ਉਸੇ ਦੇ ਸਿਰ ਉੱਤੇ ਮੁੜ ਆਵੇਗੀ ਅਤੇ ਉਸ ਦਾ ਅਨੇਰ ਉਸ ਦੀ ਕੋਪਰੀ ਉੱਤੇ ਪਵੇਗਾ। ਮੈਂ ਯਹੋਵਾ ਦੇ ਧਰਮ ਦੇ ਅਨੁਸਾਰ ਉਸ ਦਾ ਧੰਨਵਾਦ ਕਰਾਂਗਾ ਅਤੇ ਮੈਂ ਅਤ ਮਹਾਨ ਯਹੋਵਾ ਦੇ ਨਾਮ ਦੀ ਉਸਤਤ ਗਾਵਾਂਗਾ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤੀ ਦੇ ਕਿਤਾਬ ਅਧਿਆਇ 36 ਇਸ ਵਿੱਚ ਆਪਾਂ ਵੇਖਦੇ ਹਾਂ ਏਸਾਉ ਦਾ ਮਾਲ ਅਤੇ ਉਹਦਾ ਵੰਸ਼ ਵਧ ਰਿਹਾ ਹੈ। ਜਿਸ ਪ੍ਰਕਾਰ ਯਹੋਵਾ ਪਰਮੇਸ਼ਰ ਰਿਬਕਾ ਦੇ ਪੇਟ ਦੇ ਵਿੱਚ ਹੁੰਦੇ ਹੋਏ ਯਾਕੂਬ ਅਤੇ ਏਸਾਉ ਨੂੰ ਬਰਕਤ ਦਿੱਤੀ, ਉਸੇ ਪ੍ਰਕਾਰ ਯਾਕੂਬ ਅਤੇ ਏਸਾਉ ਤਨ ਅਤੇ ਮਾਲ ਡੰਗਰ ਨਾਲ ਵਧ ਜਾਂਦੇ। ਤੋ ਕਨਾਨ ਦੇਸ਼ ਦੇ ਵਿੱਚ ਉਹ ਦੋਨੋਂ ਇਕੱਠੇ ਰਹਿ ਨਹੀਂ ਪਾਏ, ਇਸ ਕਾਰਨ ਕਿ ਉਹ ਧਰਤੀ ਇਹਨਾਂ ਨੂੰ ਸਾਂਭ ਨਾ ਸਕੀ। ਸੋ ਏਸਾਉ ਯਾਕੂਬ ਤੋਂ ਅੱਡ ਹੋ ਕੇ ਸੇਈਰ ਪਹਾੜ ਨੂੰ ਆਪਣੇ ਲਈ ਕਬਜ਼ਾ ਕਰਕੇ ਉਸ ਨੂੰ ਪੀੜ੍ਹੀਆਂ ਪੀੜ੍ਹੀ ਰਾਜ ਕਰਦਾ ਹੋਇਆ ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ। ਇਸੇ ਪ੍ਰਕਾਰ ਪਹਿਲਾ ਸਾਮੂਏਲ ਦੀ ਕਿਤਾਬ ਅਧਿਆਇ 23 ਦੇ ਵਿੱਚ ਆਪਾਂ ਵੇਖਦੇ ਹਾਂ ਦਾਊਦ ਕੋਲ ਇੱਕ ਖਬਰ ਪਹੁੰਚਦੀ ਹੈ ਕਿ ਕੈਲੇ ਦੇ ਲੋਕਾਂ ਨਾਲ ਫਿਲਿਸਤੀ ਲੜਦੇ ਨੇ। ਤਾਂ
ਦਾਊਦ ਯਹੋਵਾ ਪਰਮੇਸ਼ਰ ਕੋਲ ਪੁੱਛਦਾ ਕਿ ਮੈਂ ਜਾਵਾਂ ਅਤੇ ਫਿਲਿਸਤੀਆਂ ਨਾਲ ਲੜ ਕੇ ਕੇਲੇ ਦੇ ਲੋਕਾਂ ਨੂੰ ਬਚਾਵਾਂ। ਤਾਂ ਪਰਮੇਸ਼ਰ ਕਹਿੰਦਾ ਤੂੰ ਜਾ। ਪਰ ਜਿਹੜੇ ਦਾਊਦ ਨਾਲ ਰਹਿੰਦੇ ਸੀ ਉਹ ਕਹਿੰਦੇ ਸੀ ਆਪਾਂ ਯਹੂਦਾ ਵਿੱਚ ਰਹਿੰਦੇ ਹੋਏ ਡਰਦੇ ਹਾਂ, ਜੇ ਆਪਾਂ ਕੇਲੇ ਵਿੱਚ ਜਾਵੇ ਤਾਂ ਕਿੰਨਾ ਵਧੇਕ ਡਰਨਾ ਪਵੇ। ਫਿਰ ਵੀ ਦਾਊਦ ਯਹੋਵਾ ਪਰਮੇਸ਼ਰ ਨੂੰ ਪੁੱਛਦਾ। ਉਦੋਂ ਪਰਮੇਸ਼ਰ ਆਖਦਾ ਹੈ ਕਿ ਤੂੰ ਜਾ ਅਤੇ ਫਿਲਿਸਤੀਆਂ ਨੂੰ ਮੈਂ ਤੇਰੇ ਹੱਥਾਂ ਵਿੱਚ ਦੇ ਦੇਵਾਂਗਾ, ਤੂੰ ਉੱਠ ਕੇ ਜਾ ਕੇ ਕੇਲੇ ਦੇ ਲੋਕਾਂ ਨੂੰ ਬਚਾ। ਸੋ ਦਾਊਦ ਪ੍ਰਭੂ ਦੇ ਕਹਿਣੇ ਅਨੁਸਾਰ ਜਾ ਕੇ ਫਿਲਿਸਤੀਆਂ ਨਾਲ ਲੜ ਕੇ ਕੇਲੇ ਦੇ ਲੋਕਾਂ ਨੂੰ ਬਚਾਉਂਦਾ। ਜਦ ਇਹ ਗੱਲ ਸਾਊਲ ਨੂੰ ਪਤਾ ਲੱਗਦਾ ਤਾਂ ਸਾਊਲ ਦਾਊਦ ਨੂੰ ਨਾਸ ਕਰਨ ਵਾਸਤੇ ਉੱਤੇ ਆਉਣਾ ਚਾਹੁੰਦਾ। ਇਹ ਗੱਲ ਵੀ ਦਾਊਦ ਤੱਕ ਪਹੁੰਚ ਜਾਂਦੀ ਤਾਂ ਦਾਊਦ ਫਿਰ ਪਰਮੇਸ਼ਰ ਕੋਲ ਆ ਕੇ ਪੁੱਛਦਾ ਕਿ ਮੈਂ ਉਰੇ ਰਹਾ ਕਿ ਕੇਲੇ ਦੇ ਲੋਕ ਮੈਨੂੰ ਸਾਊਲ ਦੇ ਹੱਥ ਵਿੱਚ ਸੌਂਪ ਦੇਣਗੇ। ਤਾਂ ਪਰਮੇਸ਼ਰ ਕਹਿੰਦਾ ਹਾਂ, ਤੈਨੂੰ ਸਾਊਲ ਦੇ ਹਵਾਲੇ ਕੇਲੇ ਦੇ ਲੋਕ ਕਰ ਦੇਣਗੇ। ਤਾਂ ਉਤੋਂ ਉਹ ਉੱਠ ਕੇ ਵਣ ਵਿੱਚ ਹੋ ਜਾ ਕੇ ਰਹਿੰਦਾ ਸੀ। ਸਾਊਲ ਉਹਨੂੰ ਪੀਛਾ ਕਰਨਾ ਨਹੀਂ ਛੱਡਿਆ, ਉਹਦੇ ਮਗਰ ਹੀ ਉਹ ਪੈ ਗਿਆ। ਫਿਰ ਵੀ ਯਹੋਵਾ ਪਰਮੇਸ਼ਰ ਨੇ ਦਾਊਦ ਨੂੰ ਸਾਊਲ ਦੇ ਹੱਥ ਵਿੱਚ ਨਹੀਂ ਦਿੱਤਾ। ਉਦੋਂ ਯੋਨਾਤਾਨ ਸਾਊਲ ਦਾ ਬੇਟਾ ਉੱਠਿਆ ਅਤੇ ਦਾਊਦ ਨੂੰ ਮਿਲਣ ਲਈ ਉਸ ਵਣ ਵਿੱਚ ਜਾ ਕੇ ਦਾਊਦ ਨੂੰ ਪਰਮੇਸ਼ਰ ਦੇ ਨਾਮ ਨੂੰ ਲੈ ਕੇ ਤਕੜਾ ਕਰਦਾ ਅਤੇ ਆਖਦਾ ਕਿ ਤੂੰ ਜ਼ਰੂਰ ਇਸਰਾਏਲ ਦੇ ਵਿੱਚ ਬਾਦਸ਼ਾਹ ਬਣੇਗਾ। ਇਹ ਗੱਲ ਮੈਂ ਵੀ ਜਾਣਦਾ ਹਾਂ ਅਤੇ ਮੇਰਾ ਪਿਓ ਵੀ ਜਾਣਦਾ ਹੈ। ਸੋ ਤੂੰ ਹੌਸਲਾ ਰੱਖ, ਤੂੰ ਨਾ ਡਰ। ਇਹ ਆਖ ਕੇ ਦਾਊਦ ਅਤੇ ਯੋਨਾਤਾਨ ਦੋਨੋਂ ਉੱਥੇ ਨੇਮ ਬਣਦੇ ਅਤੇ ਉਸ ਤੋਂ ਬਾਅਦ ਯੋਨਾਤਾਨ ਉਧਰੋਂ ਆਪਣੇ ਘਰ ਕੰਨੀ ਚਲੇ ਜਾਂਦਾ। ਇਸੇ ਪ੍ਰਕਾਰ ਦਾਊਦ ਉਹ ਵਣ ਵਿੱਚ ਵਸਦਾ। ਸੋ ਜੀਫ ਦੇ ਲੋਕ ਸਾਊਲ ਕੋਲ ਆ ਕੇ ਪਲਦੇ ਕਿ ਦਾਊਦ ਜੀਫ ਦੇ ਵਣ ਵਿੱਚ ਹੈਗਾ। ਜਦ ਇਹ ਗੱਲ ਸਾਊਲ ਨੂੰ ਪਤਾ ਲੱਗਦਾ ਤਾਂ ਸਾਊਲ ਅਤੇ ਉਹਦੇ ਸਾਰੇ ਲੋਕ ਦਾਊਦ ਨੂੰ ਪੀਛਾ ਕਰਦੇ ਕਰਦੇ ਉਸ ਜੀਫ ਦੇ ਵਣ ਵਿੱਚ ਆ ਜਾਂਦੇ। ਉਦੋਂ ਉਹ ਗੱਲ ਵੀ ਦਾਊਦ ਨੂੰ ਪਤਾ ਲੱਗਦਾ। ਦਾਊਦ ਭੱਜ ਕੇ ਮਾਉਨ ਦੀ ਉਜਾੜ ਵਿੱਚ ਪੱਕੇ ਥਾਵਾਂ ਵਿੱਚ ਫਿਰਦਾ ਰਿਹਾ। ਫਿਰ ਵੀ ਸਾਊਲ ਉਹਦਾ ਪਿੱਛਾ ਕਰਦਾ ਕਰਦਾ ਉਹਦਾ ਨੇੜੇ ਪਹੁੰਚ ਗਿਆ। ਪਹਾੜ ਦੇ ਇਸ ਪਾਸੇ ਸਾਊਲ, ਉਸ ਪਾਸੇ ਦਾਊਦ। ਇਸ ਪ੍ਰਕਾਰ ਸਾਊਲ ਦੇ ਸਾਰੇ ਲੋਕ ਦਾਊਦ ਨੂੰ ਅਤੇ ਉਹਦੇ ਨਾਲ ਦਿਆਂ ਨੂੰ ਘੇਰ ਲਿਆ। ਉਦੋਂ ਪਰਮੇਸ਼ਰ ਨੇ ਇੱਕ ਬਹੁਤ ਵੱਡੀ ਗੱਲ ਨੂੰ ਉਰੇ ਹੋਣ ਦਿੱਤਾ। ਇੱਕ ਹਲਕਾਰਾ ਸਾਊਲ ਕੋਲ ਭੱਜ ਆ ਰਿਹਾ ਅਤੇ ਕਹਿੰਦਾ ਫਲਿਸਤੀ ਦੇਸ਼ ਨੂੰ ਨਾਸ ਕਰਨ ਲਈ ਆ ਰਹੇ ਨੇ। ਤਾਂ ਸਾਊਲ ਦਾਊਦ ਨੂੰ ਪਿੱਛਾ ਕਰਨਾ ਛੱਡ ਕੇ ਉਹ ਫਿਲਿਸਤੀ ਦੇ ਮਗਰ ਹੋਣ ਲਈ ਚਲੇ ਜਾਂਦਾ। ਇਸ ਅਧਿਆਇ ਦੇ ਵਿੱਚ ਆਪਾਂ ਵੇਖਦੇ ਹਾਂ ਜਦ ਵੀ ਦਾਊਦ ਪੁੱਛਦਾ ਉਦੋਂ ਪਰਮੇਸ਼ਰ ਆਖਦਾ ਹੈ ਕਿ ਹਾਂ ਨਾ। ਪਰਮੇਸ਼ਰ ਦਾਊਦ ਦੇ ਅੰਗ ਸੰਗ ਰਿਹਾ ਅਤੇ ਉਹਨੂੰ ਰਾਹ ਦਿਖਾਉਂਦਾ ਹੋਇਆ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਪਰਮੇਸ਼ਰ ਨੂੰ ਪਤਾ ਸੀ ਕੇਲੇ ਦੇ ਲੋਕ ਦਾਊਦ ਨੂੰ ਸਾਊਲ ਦੇ ਹੱਥ ਵਿੱਚ ਸੌਂਪਣਗੇ। ਫਿਰ ਵੀ ਪਰਮੇਸ਼ਰ ਚਾਹੁੰਦਾ ਸੀ ਕੇਲੇ ਦੇ ਲੋਕਾਂ ਨੂੰ ਫਿਲਿਸਤੀਆਂ ਦੇ ਹੱਥ ਵਿੱਚੋਂ ਬਚਾਵੇ। ਯੋਨਾਤਾਨ ਵੀ ਦਾਊਦ ਨੂੰ ਜਾ ਕੇ ਮਿਲਦਾ, ਦੁਬਾਰਾ ਉਹਨੂੰ ਪ੍ਰਭੂ ਦੇ ਨਾਮ ਦੇ ਵਿੱਚ ਤਕੜਾ ਕਰਦਾ। ਉਹ ਚਾਹੁੰਦਾ ਹੈ ਕਿ ਕਿਤੇ ਮੇਰਾ ਭਰਾ ਦਾਊਦ ਮੇਰੇ ਪਿਓ ਦੇ ਕਾਰਨ ਉਹ ਹੌਸਲਾ ਛੱਡ ਕੇ ਨਾ ਬੈਠੇ। ਮੈਂ ਜਾ ਕੇ ਮੇਰਾ ਭਰਾ ਦਾਊਦ ਨੂੰ ਹੌਸਲਾ ਦੇ ਕੇ ਆਵਾਂ। ਸੋਚ ਕੇ ਉਹ ਜਾ ਕੇ ਦਾਊਦ ਨੂੰ ਹੌਸਲਾ ਦੇ ਕੇ ਜਾਂਦਾ। ਜਦ ਦਾਊਦ ਦੇ ਨੇੜੇ ਪਹੁੰਚ ਜਾਂਦੇ ਪਰਮੇਸ਼ਰ ਦਾਊਦ ਨੂੰ
ਬਚਾਉਂਦਾ, ਉਹ ਵੀ ਫਿਲਿਸਤੀਆਂ ਦੇ ਦੁਆਰਾ ਹੀ ਦਾਊਦ ਨੂੰ ਪਰਮੇਸ਼ਰ ਬਚਾਉਂਦਾ। ਇਸ ਪ੍ਰਕਾਰ ਆਪਾਂ ਵੇਖਦੇ ਹਾਂ ਪਹਿਲਾ ਸਾਮੂਏਲ ਦੀ ਕਿਤਾਬ ਅਧਿਆਇ 24 ਵਿੱਚ ਦਾਊਦ ਨੂੰ ਪਿੱਛਾ ਕਰਦਾ ਯਿਨਗੇਰੀ ਦੇ ਉਸ ਪਹਾੜ ਵੱਲ ਵੀ ਸਾਊਲ ਆ ਜਾਂਦਾ। ਸਾਊਲ ਚਾਹੁੰਦਾ ਕਿ ਇੱਥੇ ਕੇ ਬਾਅਦ ਕਿਸੇ ਵੀ ਤਰ੍ਹਾਂ ਦਾਊਦ ਨੂੰ ਮੈਂ ਮਾਰਾਂ, ਪਰ ਦਾਊਦ ਜਿਸ ਗੁੰਦਰੇ ਵਿੱਚ ਰਹਿੰਦਾ ਸੀ ਉਸ ਗੁੰਦਰੇ ਵਿੱਚ ਸਾਊਲ ਕੱਲਾ ਆਉਂਦਾ ਅਤੇ ਲੋਕ ਜਿਹੜੇ ਦਾਊਦ ਦੇ ਨਾਲ ਸਨ ਉਹ ਆਖਦੇ ਕਿ ਅੱਜ ਪਰਮੇਸ਼ਰ ਤੇਰੇ ਵੇਰੀ ਨੂੰ ਤੇਰੇ ਹੱਥ ਵਿੱਚ ਦੇ ਦਿੱਤਾ। ਸਾਊਲ ਦੇ ਉਸ ਚੱਦਰ ਦੇ ਪੱਲਾ ਨੂੰ ਦਾਊਦ ਕੱਟ ਲੈਂਦਾ। ਕੱਟਣ ਤੋਂ ਬਾਅਦ ਉਹਦੇ ਕਾਰਨ ਉਹਦਾ ਮਨ ਵਿਆਕੁਲ ਰਿਹਾ। ਮੈਂ ਮਸਾ ਕੀਤੇ ਹੋਏ ਉਸ ਦਾਸ ਦੇ ਚਾਦਰ ਉੱਤੇ ਹੱਥ ਲਾਇਆ, ਸੋਚ ਕੇ ਉਹ ਮਨ ਦੇ ਵਿੱਚ ਦੁਖੀ ਹੁੰਦਾ। ਜਦ ਸਾਊਲ ਵਾਪਸ ਜਾਂਦਾ ਉਸ ਕੁੰਦਰੇ ਚੋਂ ਬਾਹਰ ਨਿਕਲ ਕੇ ਪਿੱਛੇ ਦਾਊਦ ਜਾ ਕੇ ਸਾਊਲ ਨੂੰ ਆਵਾਜ਼ ਮਾਰਦਾ। ਜਦ ਸਾਊਲ ਦਾਊਦ ਨੂੰ ਪਹਿਚਾਨ ਲੈਂਦਾ ਤਾਂ ਉਹ ਆਖਦਾ, हे ਮੇਰਾ ਪੁੱਤਰ, ਤੂੰ ਮੇਰੇ ਨਾਲੋਂ ਵਧੇਕ ਧਰਮੀ ਹੈ। ਤੂੰ ਤੇਰੀ ਦੁਸ਼ਮਣ ਤੇਰੇ ਹੱਥਾਂ ਵਿੱਚ ਆਏ ਹੋਏ ਵੀ ਤੂੰ ਉਹਨੂੰ ਕੁਝ ਵੀ ਨਾ ਕੀਤਾ। ਜਾਣ ਕੇ ਦਾਊਦ ਸਾਊਲ ਨੂੰ ਬਚਾਉਂਦਾ, ਨਾ ਆਪ ਹੱਥ ਲਾਉਂਦਾ, ਨਾ ਜਿਹੜੇ ਨਾਲ ਰਹਿੰਦੇ ਸੀ ਉਹਨਾਂ ਨੂੰ ਹੱਥ ਸਾਊਲ ਉਤੇ ਲਾਣ ਨਹੀਂ ਦਿੱਤਾ। ਕਿੰਨਾ ਵੱਡਾ ਧਰਮੀ ਹੈ ਦਾਊਦ। ਬੁਰੀਆਈ ਕਰਨ ਵਾਲਿਆਂ ਦੇ ਬਦਲੇ ਜਿਹੜਾ ਬੁਰੀਆਈ ਕਰਦਾ ਹੈ ਉਹ ਵੀ ਬੁਰੀਆਰ ਹੁੰਦਾ ਹੈ, ਪਰ ਬੁਰੀਆਈ ਕਰਨ ਵਾਲਿਆਂ ਦੇ ਬਦਲੇ ਜਿਹੜਾ ਚੰਗਾ ਕੰਮ ਕਰਦਾ ਹੋਵੇ ਉਹ ਹੀ ਸੱਚਾ ਧਰਮੀ ਹੈ। ਉਸ ਗੱਲ ਨੂੰ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਦਾਊਦ ਜ਼ਬੂਰ 7 ਦੇ ਵਿੱਚ ਲਿਖਦਾ ਹੈ ਕਿ ਉਹ ਕੂਸ ਦੇ ਕਾਰਨ ਔਖਾ ਹੋ ਕੇ ਉਸ ਜ਼ਬੂਰ ਨੂੰ ਲਿਖਦਾ ਅਤੇ ਆਖਦਾ, हे ਪਰਮੇਸ਼ਰ, ਤੂੰ ਮੇਰਾ ਢਾਲ ਹੈ, ਮੇਰਾ ਪਨਾਹ ਤੂੰ ਹੀ ਹੈ। ਮੈਂ ਤੇਰੇ ਵਿੱਚ ਪਨਾਹ ਲੈਂਦਾ ਹਾਂ। ਤੂੰ ਮੇਰੀ ਦੁੱਖ ਨੂੰ ਵੇਖ, ਤੂੰ ਮੈਨੂੰ ਆ ਕੇ ਬਚਾ ਲੈ। ਅਤੇ ਆਖਦਾ ਹੈ ਕਿ ਤੂੰ ਧਰਮੀਆਂ ਦਾ ਰਾਖਾ ਹੈ, ਤੂੰ ਧਰਮੀਆਂ ਨੂੰ ਬਚਾਉਣ ਵਾਲਾ ਹੈ, ਤੂੰ ਸੱਚਾ ਨਿਆਂਕਾਰ ਹੈ, ਤੂੰ ਧਰਮੀਆਂ ਦੇ ਧਰਮ ਦੇ ਅਨੁਸਾਰ ਹੀ ਉਹਨਾਂ ਨੂੰ ਬਚਾਉਂਦਾ ਹੈ। ਸੋ ਤੂੰ ਉਹਦੇ ਅਨੁਸਾਰ ਬਚਾਓ। ਅਤੇ ਜਿਹੜਾ ਟੋਵਾ ਪੁੱਟਦਾ ਹੈ ਉਹ ਉਸੇ ਟੋਵਾ ਦੇ ਵਿੱਚ ਡਿੱਗ ਜਾਂਦਾ ਹੈ, ਪਰ ਧਰਮੀ ਸਦਾ ਤੇਰੇ ਸਨਮੁਖ ਵਿਪਤਾ ਤੋਂ ਪਰੇ ਰਹਿੰਦੇ ਨੇ, ਕਿਉਂਕਿ ਤੂੰ ਉਹਨਾਂ ਦਾ ਨਿਆਂ ਕਰਦਾ ਹੈ। ਇਹ ਕਹਿ ਕੇ ਆਖਰੀ ਦੇ ਵਿੱਚ ਇਸ ਪ੍ਰਕਾਰ ਇਸ ਅਧਿਆਇ ਨੂੰ ਸਮਾਪਤ ਕਰਦਾ ਹੈ ਕਿ ਮੈਂ ਤੇਰੇ ਧਰਮ ਦੇ ਕਾਰਨ ਧੰਨਵਾਦ ਕਰਾਂਗਾ, ਤੇਰਾ ਧਰਮ ਦੇ ਕਾਰਨ ਤੇਰੀ ਉਸਤਤ ਕਰਾਂਗਾ। ਇਹਨਾਂ ਸਾਰੇ ਅਧਿਆਇ ਦੇ ਵਿੱਚੋਂ ਆਪਾਂ ਵੇਖਦੇ ਹਾਂ ਪ੍ਰਭੂ ਪਰਮੇਸ਼ਰ ਧਰਮੀਆਂ ਨੂੰ ਬਰਕਤ ਦਿੰਦਾ ਹੈ, ਧਰਮੀਆਂ ਨੂੰ ਉਹਨਾਂ ਦੇ ਵੇਰੀਆਂ ਤੋਂ ਬਚਾਉਂਦਾ ਹੈ। ਇਸ ਵਿੱਚ ਕੌਣ ਧਰਮੀ ਹੈ? ਜੇ ਵੇਖਿਆ ਜਾਵੇ ਏਸਾਉ ਵੀ ਧਰਮੀ ਹੈ। ਉਹ ਆਪਣੇ ਭਰਾ ਨੂੰ ਜਿਹੜਾ ਉਹਦੇ ਬੁਰਾਈ ਕੀਤਾ ਹੈ ਉਸ ਨੂੰ ਮਾਫ ਕੀਤਾ ਅਤੇ ਉਹਦੇ ਲਈ ਉਸ ਕਨਾਨ ਦੇਸ਼ ਨੂੰ ਛੱਡਿਆ, ਆਪ ਅੱਡ ਹੋ ਕੇ ਰਿਹਾ। ਉਹ ਕਹਿ ਸਕਦਾ ਸੀ ਕਿ ਮੈਂ ਜੇਠਾ ਹਾਂ, ਮੈਂ ਹੀ ਇਸ ਦੇਸ਼ ਵਿੱਚ ਬਸਣਾ, ਤੂੰ ਕਿਤੇ ਮਰਜ਼ੀ ਜਾ ਕਰਕੇ ਯਾਕੂਬ ਨੂੰ ਆਖ ਸਕਦਾ ਸੀ, ਪਰ ਉਹ ਆਪ ਅੱਡ ਹੋ ਕੇ ਰਿਹਾ। ਖੁਦ ਵੇਰੀ ਸਾਊਲ ਨੇ ਦਾਊਦ ਦੇ ਪ੍ਰਤੀ ਆਖਦਾ, ਤੂੰ ਧਰਮੀ ਹੈ। ਯੋਨਾਤਾਨ ਨੂੰ ਵੇਖਦੇ ਹਾਂ, ਯੋਨਾਤਾਨ ਵੀ ਆਪਣੇ ਭਰਾ ਨੂੰ ਤਕੜਾ ਕਰਨ ਲਈ ਉਸ ਬਨ ਵਿੱਚ ਜਾ ਕੇ ਧਰਮੀ ਬਣ ਜਾਂਦਾ। ਤਾਂ ਪਰਮੇਸ਼ਰ ਇਹਨਾਂ ਸਭਨਾਂ ਨੂੰ ਆਸੀਸ ਦਿੱਤਾ ਅਤੇ ਇਹਨਾਂ ਨੂੰ ਉਹਨਾਂ ਦੇ ਵੇਰੀਆਂ ਤੋਂ ਬਚਾਇਆ। ਇਸੇ ਪ੍ਰਕਾਰ ਜੇ ਆਪਾਂ ਵੀ
ਆਪਣੇ ਬੁਰੀਆਈ ਕਰਨ ਵਾਲਿਆਂ ਦੇ ਬਦਲੇ ਭਲਾਈ ਕਰੇ ਤਾਂ ਪਰਮੇਸ਼ਰ ਆਪਾਂ ਨੂੰ ਵੀ ਉਹਨਾਂ ਧਰਮੀਆਂ ਦੇ ਵਿੱਚ ਗਿਣੇਗਾ। ਪ੍ਰਭੂ ਤੁਹਾਨੂੰ ਇਹਨਾਂ ਸਾਰੇ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। God bless you.